ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਦੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਗ੍ਰੀਨ ਕਾਰਡ ਅਤੇ H1B ਵੀਜ਼ਾ ਦੀ ਆਸ ਲਗਾਏ ਭਾਰਤੀਆਂ ਨੂੰ ਲੱਗਾ ਵੱਡਾ ਝਟਕਾ। ਅਮਰੀਕਾ ਦਾ H1B ਵੀਜ਼ਾ ਹੋਵੇ ਜਾਂ ਗ੍ਰੀਨ ਕਾਰਡ, ਪ੍ਰਵਾਸੀਆਂ ਨੂੰ ਹੁਣ 24 ਘੰਟੇ ਨਾਲ ਰੱਖਣੇ ਪੈਣਗੇ ਦਸਤਾਵੇਜ਼। ਅਮਰੀਕਾ ਦੇ ਹਜ਼ਾਰਾਂ ਲੋਕਾਂ ਨੇ ਮੰਗੀ ਕੈਨੇਡੀਅਨ ਨਾਗਰਿਕਤਾ। ਅਮਰੀਕਾ 'ਚ 2 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਹਾਦਸਾਗ੍ਰਸਤ। ਟੈਰਿਫ ਨੀਤੀ 'ਚ ਟਰੰਪ ਦਾ ਯੂ ਟਰਨ, ਹੁਣ ਮਹਿੰਗੇ ਨਹੀਂ ਹੋਣਗੇ ਸਮਾਰਟਫੋਨ ਤੇ ਲੈਪਟਾਪ। ਪੰਜਾਬੀ ਟਰੱਕ ਡਰਾਈਵਰ ਦੀ ਮੈਲਬੌਰਨ ਹਾਦਸੇ 'ਚ ਹੋਈ ਮੌਤ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ट्रंप प्रशासन रोजाना सख्त फैसले ले रहा है। हाल ही विच अमरीकी विदेश विभाग ने अगले महीने मतलब कि मई 2025 ਲਈ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ। ਇਹ ਬੁਲੇਟਿਨ H1B ਅਤੇ ਗ੍ਰੀਨ ਕਾਰਡ ਦੀ ਉਮੀਦ ਕਰ ਰਹੇ ਭਾਰਤੀਆਂ ਲਈ ਇੱਕ ਵੱਡਾ ਝਟਕਾ ਹੈ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਭਾਰਤੀਆਂ ਲਈ ਰੋਜ਼ਗਾਰ ਆਧਾਰਿਤ 5ਵੀਂ ਤਰਜੀਹ ਯਾਨੀ ਕਿ EB5 ਸ਼੍ਰੇਣੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਭਾਰਤ EB5 ਅਨਰਾਖਵੀਂ ਸ਼੍ਰੇਣੀ ਵਿੱਚ 6 ਮਹੀਨਿਆਂ ਤੋਂ ਵੱਧ ਪਿੱਛੇ ਚਲਾ ਗਿਆ। ਇਸ ਦਾ ਮਤਲਬ ਹੈ ਕਿ ਹੁਣ ਗ੍ਰੀਨ ਕਾਰਡ ਪ੍ਰਾਪਤ ਕਰਨ ਵਿੱਚ ਹੋਰ ਦੇਰੀ ਹੋਵੇਗੀ। ਪਹਿਲਾਂ ਇਹ ਸ਼੍ਰੇਣੀ ਕਾਰਜਸ਼ੀਲ ਸੀ, ਜਿਸ ਨਾਲ ਭਾਰਤੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਦੀ ਆਗਿਆ ਮਿਲਦੀ ਸੀ। ਹੁਣ ਸਿਰਫ ਉਹੀ ਲੋਕ ਅੱਗੇ ਵਧਣਗੇ ਜਿਨ੍ਹਾਂ ਦੀ ਤਰਜੀਹੀ ਮਿਤੀ 1 ਮਈ 2019 ਤੋਂ ਪਹਿਲਾਂ ਦੀ ਹੈ। ਬਾਕੀ ਰਹਿੰਦੇ ਬਿਨੇਕਾਰ ਵੱਧਦੇ ਬੈਕਲੌਗ ਵਿੱਚ ਫਸ ਜਾਣਗੇ। ਮਈ ਵੀਜ਼ਾ ਬੁਲੇਟਿਨ ਅਨੁਸਾਰ ਰੋਜ਼ਗਾਰ ਆਧਾਰਿਤ ਪਹਿਲੀ ਪਸੰਦ ਯਾਨੀ ਕਿ EB1 ਸ਼੍ਰੇਣੀ ਵਿੱਚ ਕੋਈ ਬਦਲਾਅ ਨਹੀਂ ਹੈ। ਭਾਰਤ ਲਈ EB1 ਕਟ ਆਫ ਮਿਤੀ ਫਰਵਰੀ 2022 ਹੈ। ਚੀਨ ਦੇ ਲਈ ਇਹ 8 ਨਵੰਬਰ 2022 ਹੈ, ਜਦਕਿ ਬਾਕੀ ਸਾਰੇ ਦੇਸ਼ਾਂ ਲਈ EB1 ਸ਼੍ਰੇਣੀ ਅਜੇ ਵੀ ਕਿਰਿਆਸ਼ੀਲ ਹੈ। ਰੋਜ਼ਗਾਰ ਆਧਾਰਿਤ ਦੂਜੀ ਤਰਜੀਹ ਯਾਨੀ ਕਿ EB2 ਸ਼੍ਰੇਣੀ ਵਿੱਚ ਕੋਈ ਬਦਲਾਅ ਨਹੀਂ ਹੈ। ਭਾਰਤ ਦੀ ਕਟ ਆਫ ਮਿਤੀ 1 ਜਨਵਰੀ 2013 ਸਥਿਰ ਹੈ। ਚੀਨ ਦੀ EB2 ਕਟ ਆਫ ਮਿਤੀ 1 ਅਕਤੂਬਰ 2020 ਹੈ। ਇਹਨਾਂ ਤੋਂ ਇਲਾਵਾ ਬਾਕੀ ਸਾਰੇ ਦੇਸ਼ਾਂ ਲਈ EB2 ਕਟ ਆਫ 22 ਜੂਨ 2023 ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਵਾਂ ਕਿ ਰੋਜ਼ਗਾਰ ਆਧਾਰਿਤ ਤੀਜੀ ਪਸੰਦ ਯਾਨੀ ਕਿ EB3 ਸ਼੍ਰੇਣੀ ਲਈ ਭਾਰਤ ਦੀ ਕਟ ਆਫ ਮਿਤੀ ਨੂੰ ਥੋੜਾ ਵਧਾ ਕੇ 15 ਅਪ੍ਰੈਲ 2013 ਕਰ ਦਿੱਤਾ ਗਿਆ। ਚੀਨ ਦੇ ਲਈ ਕੋਈ ਬਦਲਾਅ ਨਹੀਂ ਹੈ ਅਤੇ ਇਹ ਨਵੰਬਰ 2020 ਹੈ। ਅਮਰੀਕਾ ਦੇ ਹੋਰ ਸਾਰੇ ਦੇਸ਼ਾਂ ਲਈ EB3 ਕਟ ਆਫ ਮਿਤੀ 1 ਜਨਵਰੀ 2023 ਨੂੰ ਫ੍ਰੀਜ਼ ਕੀਤੀ ਗਈ ਹੈ। EB3 ਹੋਰ ਕਾਮੇ ਸ਼੍ਰੇਣੀ ਦੇ ਤਹਿਤ ਭਾਰਤ ਲਈ ਕਟ ਆਫ ਮਿਤੀ 15 ਅਪ੍ਰੈਲ 2013 ਹੈ, ਜੋ ਕਿ EB3 ਵਾਂਗ ਹੀ ਹੈ। ਚੀਨ ਦੇ ਲਈ ਕਟ ਆਫ ਮਿਤੀ ਅਪ੍ਰੈਲ 2017 ਹੈ। ਬਾਕੀ ਦੇਸ਼ਾਂ ਲਈ EB3 ਹੋਰ ਵਰਕਰਸ ਕਟ ਆਫ ਮਿਤੀ 2021 ਹੈ। EB4 ਸ਼੍ਰੇਣੀ ਸਾਰੇ ਦੇਸ਼ਾਂ ਲਈ ਉਪਲਬਧ ਹੈ। ਇਸ ਵਿੱਤੀ ਸਾਲ ਲਈ ਇਸ ਸ਼੍ਰੇਣੀ ਦੇ ਸਾਰੇ ਪ੍ਰਵਾਸੀ ਵੀਜ਼ੇ ਵਰਤੇ ਗਏ ਹਨ। ਇਸ ਲਈ ਇਹ 1 ਅਕਤੂਬਰ 2025 ਨੂੰ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਤੱਕ ਉਪਲਬਧ ਨਾ ਰਹਿਣ ਦੀ ਸੰਭਾਵਨਾ ਹੈ। EB5 ਸ਼੍ਰੇਣੀ ਵਿੱਚ ਭਾਰਤ ਦੀ ਅਨਰਾਖਵੀਂ ਕਟ ਆਫ ਮਿਤੀ 1 ਮਈ 2019 ਤੱਕ ਪਿੱਛੇ ਤੱਕ ਦਿੱਤੀ ਗਈ ਹੈ। ਚੀਨ ਦੀ ਅਨਰਾਖਵੀਂ ਕਟ ਆਫ ਮਿਤੀ 22 ਜਨਵਰੀ 2014 ਨਿਰਧਾਰਤ ਹੈ। EB5 ਹੋਰ ਸਾਰੀਆਂ EB5 ਸ਼੍ਰੇਣੀਆਂ ਅਤੇ ਦੇਸ਼ਾਂ ਲਈ ਕਿਰਿਆਸ਼ੀਲ ਰਹਿੰਦਾ ਹੈ। ਇੱਥੇ ਦੱਸ ਦਈਏ ਕਿ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵਿਦੇਸ਼ੀ ਨਾਗਰਿਕਾਂ ਤੋਂ ਰੋਜ਼ਗਾਰ ਆਧਾਰਿਤ ਸਥਿਤੀ ਸਮਾਯੋਜਨ ਅਰਜ਼ੀਆਂ ਨੂੰ ਸਵੀਕਾਰ ਕਰੇਗੀ, ਜਿਨ੍ਹਾਂ ਦੀ ਤਰਜੀਹ ਮਿਤੀ ਮਈ ਵੀਜ਼ਾ ਬੁਲੇਟਿਨ ਵਿੱਚ ਸੂਚੀਬੱਧ ਅੰਤਿਮ ਕਾਰਵਾਈ ਮਿਤੀ ਤੋਂ ਪਹਿਲਾਂ ਦੀ ਹੈ। ਅਮਰੀਕਾ 'ਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ, ਜਿਸ ਅਨੁਸਾਰ ਹਰ ਪ੍ਰਵਾਸੀ ਭਾਵੇਂ ਉਹ ਕਾਨੂੰਨੀ ਵੀਜ਼ਾ ਜਿਵੇਂ ਕਿ H1B ਜਾਂ ਵਿਦਿਆਰਥੀ ਵੀਜ਼ਾ ਤੇ ਹੋਵੇ, ਉਸ ਨੂੰ ਹੁਣ ਆਪਣੇ ਕਾਨੂੰਨੀ ਦਸਤਾਵੇਜ਼ 24 ਘੰਟੇ ਆਪਣੇ ਕੋਲ ਰੱਖਣੇ ਪੈਣਗੇ। ਇਹ ਨਿਯਮ 11 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਇਹ ਨਿਯਮ ਟਰੰਪ ਦੇ ਹੁਕਮ ਪ੍ਰੋਟੈਕਟਿੰਗ ਦ ਅਮਰੀਕਨ ਪੀਪਲ ਅਗੇਂਸਟ ਇਨਵੇਜ਼ਨ ਤਹਿਤ ਲਾਗੂ ਕੀਤਾ ਗਿਆ, ਜਿਸ ਦਾ ਉਦੇਸ਼ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਕਰਨਾ ਹੈ। ਅਮਰੀਕੀ ਅਦਾਲਤ ਨੇ ਸਰਕਾਰ ਨੂੰ ਇਸ ਵਿਵਾਦਪੂਰਨ ਨਿਯਮ ਨੂੰ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਇਸ ਨਿਯਮ ਤਹਿਤ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਸਰਕਾਰ ਕੋਲ ਰਜਿਸਟਰ ਕਰਵਾਉਣਾ ਪਵੇਗਾ ਅਤੇ ਦਸਤਾਵੇਜ਼ ਆਪਣੇ ਕੋਲ ਰੱਖਣੇ ਪੈਣਗੇ। ਇਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ 'ਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਲਏ ਗਏ ਤੇਜ਼ ਅਤੇ ਸਖਤ ਫੈਸਲਿਆਂ ਦੀ ਲੜੀ ਵਿੱਚ ਇੱਕ ਹੋਰ ਕਦਮ ਹੈ। ਸੋ ਟਰੰਪ ਪ੍ਰਸ਼ਾਸਨ ਦਾ ਉਦੇਸ਼ ਦੇਸ਼ ਤੋਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੱਖਾਂ ਲੋਕਾਂ ਨੂੰ ਬਾਹਰ ਕੱਢਣਾ ਹੈ। ਏਲੀਅਨ ਰਜਿਸਟ੍ਰੇਸ਼ਨ ਰਿਕੁਆਇਰਮੈਂਟ ਯਾਨੀ ਕਿ ARR ਦੀਆਂ ਜੜ੍ਹਾਂ 1940 ਦੇ ਏਲੀਅਨ ਰਜਿਸਟ੍ਰੇਸ਼ਨ ਐਕਟ ਵਿੱਚ ਹਨ। ਉਸ ਸਮੇਂ ਵੀ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਰਜਿਸਟਰ ਕਰਨਾ ਪੈਂਦਾ ਸੀ, ਪਰ ਉਸ ਨਿਯਮ ਨੂੰ ਲਗਾਤਾਰ ਅਤੇ ਸਖਤੀ ਨਾਲ ਲਾਗੂ ਨਹੀਂ ਕੀਤਾ ਗਿਆ ਸੀ। ਹੁਣ ਨਵੇਂ ਨਿਯਮਾਂ ਤਹਿਤ ਇਸ ਰਜਿਸਟ੍ਰੇਸ਼ਨ ਦੀ ਸਖਤੀ ਨਾਲ ਨਿਗਰਾਨੀ ਕੀਤੀ ਜਾਵੇਗੀ ਅਤੇ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਇਹ ਨਵਾਂ ਨਿਯਮ ਜੋ ਹੈ ਮੁੱਖ ਤੌਰ ਤੇ ਉਹਨਾਂ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ ਜਾਂ ਬਿਨਾਂ ਵੈਧ ਦਸਤਾਵੇਜ਼ਾਂ ਦੇ ਰਹਿ ਰਹੇ ਹਨ। ਹੁਣ ਅਮਰੀਕਾ ਵਿੱਚ ਰਹਿਣ ਵਾਲੇ ਸਾਰੇ ਗੈਰ ਨਾਗਰਿਕ ਜਿਨ੍ਹਾਂ ਦੀ ਉਮਰ 14 ਸਾਲ ਤੋਂ ਵੱਧ ਹੈ ਅਤੇ ਜੋ 30 ਦਿਨ ਜਾਂ ਇਸ ਤੋਂ ਵੱਧ ਸਮੇਂ ਲਈ ਅਮਰੀਕਾ 'ਚ ਰਹਿੰਦੇ ਹਨ, ਉਹਨਾਂ ਨੂੰ ਫਾਰਮ G325R ਭਰ ਕੇ ਸਰਕਾਰ ਨਾਲ ਲਾਜ਼ਮੀ ਤੌਰ ਤੇ ਰਜਿਸਟਰ ਕਰਨਾ ਹੋਵੇਗਾ। ਜੇਕਰ ਕੋਈ ਬੱਚਾ 14 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਉਸਦੇ ਮਾਪਿਆਂ ਨੂੰ ਉਸ ਨੂੰ ਰਜਿਸਟਰ ਕਰਵਾਉਣਾ ਪਵੇਗਾ। ਇਸ ਤੋਂ ਇਲਾਵਾ 11 ਅਪ੍ਰੈਲ ਤੋਂ ਬਾਅਦ ਅਮਰੀਕਾ ਵਿੱਚ ਦਾਖਲ ਹੋਣ ਵਾਲਿਆਂ ਨੂੰ ਵੀ ਪਹੁੰਚਣ ਦੇ 30 ਦਿਨਾਂ ਦੇ ਅੰਦਰ ਰਜਿਸਟਰ ਕਰਵਾਉਣਾ ਲਾਜ਼ਮੀ ਹੈ। ਇਸ ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਜੁਰਮਾਨਾ, ਜੇਲ੍ਹ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਜੇਕਰ ਕੋਈ ਵਿਅਕਤੀ ਆਪਣਾ ਪਤਾ ਬਦਲਦਾ ਹੈ ਤਾਂ ਉਸ ਨੂੰ 10 ਦਿਨਾਂ ਦੇ ਅੰਦਰ ਸਰਕਾਰ ਨੂੰ ਨਵੇਂ ਪਤੇ ਬਾਰੇ ਸੂਚਿਤ ਕਰਨਾ ਪਵੇਗਾ, ਨਹੀਂ ਤਾਂ 5000 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰਵਾਸੀਆਂ ਦੇ ਬੱਚੇ 14 ਸਾਲ ਦੇ ਹੋ ਰਹੇ ਹਨ, ਉਹਨਾਂ ਨੂੰ ਸਰਕਾਰ ਕੋਲ ਦੁਬਾਰਾ ਰਜਿਸਟਰ ਕਰਵਾਉਣਾ ਪਵੇਗਾ ਅਤੇ ਆਪਣੇ ਫਿੰਗਰਪ੍ਰਿੰਟ ਵੀ ਜਮ੍ਹਾਂ ਕਰਵਾਉਣੇ ਪੈਣਗੇ। ਹਾਲਾਂਕਿ ਜਿਨ੍ਹਾਂ ਦੇ ਕੋਲ ਵੈਧ ਵੀਜ਼ਾ ਹੈ ਜਿਵੇਂ ਕਿ H1B ਵਰਕ ਵੀਜ਼ਾ, ਵਿਦਿਆਰਥੀ ਵੀਜ਼ਾ ਜਾਂ ਗ੍ਰੀਨ ਕਾਰਡ, ਉਹਨਾਂ ਨੂੰ ਦੁਬਾਰਾ ਫਾਰਮ G325R ਭਰਨ ਦੀ ਲੋੜ ਨਹੀਂ ਹੈ। ਅਜਿਹੇ ਲੋਕਾਂ ਨੂੰ ਪਹਿਲਾਂ ਹੀ ਰਜਿਸਟਰਡ ਮੰਨਿਆ ਜਾਂਦਾ ਹੈ, ਸੋ ਇਸ ਲਈ ਉਹਨਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਤੋਂ ਛੋਟ ਦਿੱਤੀ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਭਾਰਤੀ ਨਾਗਰਿਕ ਜੋ H1B ਵੀਜ਼ਾ ਤੇ ਅਮਰੀਕਾ ਵਿੱਚ ਕੰਮ ਕਰ ਰਹੇ ਹਨ ਜਾਂ ਪੜ੍ਹਾਈ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੱਡੀ ਹੈ, ਉਹਨਾਂ ਨੂੰ ਦੁਬਾਰਾ ਰਜਿਸਟਰ ਨਹੀਂ ਕਰਨਾ ਪਵੇਗਾ। ਹਾਲਾਂਕਿ ਉਹਨਾਂ ਨੂੰ ਆਪਣੇ ਵੈਧ ਦਸਤਾਵੇਜ਼ ਜਿਵੇਂ ਕਿ ਵੀਜ਼ਾ, ਪਾਸਪੋਰਟ, I-94, ਗ੍ਰੀਨ ਕਾਰਡ ਆਦਿ ਚੀਜ਼ਾਂ ਹਰ ਸਮੇਂ ਆਪਣੇ ਕੋਲ ਰੱਖਣੇ ਚਾਹੀਦੇ ਹਨ ਅਤੇ ਜਦੋਂ ਵੀ ਅਮਰੀਕੀ ਸਰਕਾਰੀ ਅਧਿਕਾਰੀਆਂ ਦੁਆਰਾ ਮੰਗ ਕੀਤੀ ਜਾਵੇ ਤਾਂ ਇਹਨਾਂ ਦਸਤਾਵੇਜ਼ਾਂ ਨੂੰ ਪੇਸ਼ ਕਰਨਾ ਚਾਹੀਦਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਗੈਰ ਨਾਗਰਿਕਾਂ ਕੋਲ ਇਹ ਰਜਿਸਟ੍ਰੇਸ਼ਨ ਦਸਤਾਵੇਜ਼ ਹਰ ਸਮੇਂ ਹੋਣੇ ਚਾਹੀਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੇ DHS ਨੂੰ ਇਸ ਨਿਯਮ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਤੋਂ ਕਿਸੇ ਨੂੰ ਵੀ ਪਾਲਣਾ ਨਾ ਕਰਨ ਤੇ ਸ਼ਰਨ ਨਹੀਂ ਮਿਲੇਗੀ। 2022 ਦੇ ਆંકੜੇ ਅਨੁਸਾਰ ਇਨ੍ਹਾਂ ਵਿੱਚੋਂ 2,20,000 ਭਾਰਤੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ, ਜੋ ਕਿ ਅਮਰੀਕਾ 'ਚ ਰਹਿ ਰਹੇ ਕੁੱਲ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਸਿਰਫ 2% ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਰਜਿਸਟ੍ਰੇਸ਼ਨ ਸਿਰਫ ਇਹ ਯਕੀਨੀ ਬਣਾਉਂਦੀ ਹੈ ਕਿ ਸਰਕਾਰ ਤੁਹਾਡੀ ਮੌਜੂਦਗੀ ਤੋਂ ਜਾਣੂ ਹੈ। ਜੇਕਰ ਤੁਹਾਡੇ ਕੋਲ ਸੰਯੁਕਤ ਰਾਜ ਅਮਰੀਕਾ 'ਚ ਰਹਿਣ ਦੇ ਲਈ ਵੈਧ ਦਸਤਾਵੇਜ਼ ਨਹੀਂ ਹਨ ਤਾਂ ਤੁਹਾਨੂੰ ਦੇਸ਼ ਤੋਂ ਕੱਢਿਆ ਜਾ ਸਕਦਾ ਹੈ। ਟਰੰਪ ਦੇ ਇਮੀਗ੍ਰੇਸ਼ਨ ਨਿਯਮਾਂ ਦੀ ਸਖਤੀ ਕਰਕੇ ਹਜ਼ਾਰਾਂ ਲੋਕ ਡਰੇ ਹੋਏ ਹਨ ਅਤੇ ਆਪਣਾ ਝੋਲੀ ਬਿਸਤਰਾ ਚੁੱਕ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਹਨ। ਇਮੀਗ੍ਰੇਸ਼ਨ ਵਕੀਲਾਂ ਦੇ ਕੋਲ ਆ ਰਹੀਆਂ ਅਣਗਿਣਤ ਫੋਨ ਕਾਲਸ ਇਸ ਦਾ ਵੱਡਾ ਸਬੂਤ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਆਜ਼ਾਦੀ ਨਾਂ ਦੀ ਚੀਜ਼ ਖਤਮ ਹੋ ਰਹੀ ਹੈ। ਸੋ ਰਿਪੋਰਟ ਮੁਤਾਬਕ ਟਰੰਪ ਸਰਕਾਰ ਦੀਆਂ ਤਾਕਤਾਂ ਵਿੱਚ ਦਿਨ-ਬ-ਦਿਨ ਹੋ ਰਿਹਾ ਵਾਧਾ ਕਾਫੀ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਤੇ ਉਹਨਾਂ ਦੀ ਚਿੰਤਾ ਵਧਾ ਰਹੀਆਂ ਹਨ। ਇੱਥੇ ਹੀ ਇਮੀਗ੍ਰੇਸ਼ਨ ਵਕੀਲ ਨੇ ਦੱਸਿਆ ਕਿ ਹਰ ਉਮਰ ਵਰਗ ਵਾਲੇ ਕੈਨੇਡਾ ਵਿੱਚ ਵਸਣ ਦੇ ਰਾਹ ਪੁੱਛ ਰਹੇ ਹਨ ਅਤੇ ਇਹ ਸਭ ਪੂਰੀ ਗੰਭੀਰਤਾ ਦੇ ਨਾਲ ਕੀਤਾ ਜਾ ਰਿਹਾ ਹੈ। ਇੱਕ ਹੋਰ ਵਕੀਲ ਨੇ ਕਿਹਾ ਕਿ ਉਹਨਾਂ ਦੇ ਕੋਲ ਵੀ ਕੈਨੇਡੀਅਨਸ ਇਮੀਗ੍ਰੇਸ਼ਨ ਬਾਰੇ ਪੁੱਛਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਅਮਰੀਕਾ ਦੀ ਸਿਟੀਜ਼ਨਸ਼ਿਪ ਹੋਣ ਦੇ ਬਾਵਜੂਦ ਲੋਕ ਮੁਲਕ ਛੱਡਣਾ ਚਾਹੁੰਦੇ ਹਨ। ਵੈਨਕੂਵਰ ਦੇ ਇਮੀਗ੍ਰੇਸ਼ਨ ਵਕੀਲ ਰਿਚਰਡ ਦਾ ਕਹਿਣਾ ਸੀ ਕਿ ਅਮਰੀਕਾ ਛੱਡਣ ਦੇ ਇੱਛੁਕ ਲੋਕਾਂ ਵਿੱਚੋਂ ਜ਼ਿਆਦਾਤਰ ਬਜ਼ੁਰਗ ਹਨ ਅਤੇ ਸਿਰਫ ਡਰ ਹੀ ਇਸ ਅਣਕਿਆਸੇ ਪ੍ਰਵਾਸ ਦਾ ਆਧਾਰ ਬਣ ਰਿਹਾ ਹੈ। ਦੂਜੇ ਪਾਸੇ ਅਮਰੀਕਾ ਤੇ ਕੈਨੇਡਾ ਦਰਮਿਆਨ ਆਵਾਜਾਈ 70% ਘਟ ਚੁੱਕੀ ਹੈ। ਭਾਵੇਂ ਮਾਰਚ ਵਿੱਚ ਹੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ,
ਪਰ ਇਸ ਵੇਲੇ ਕੌਮਾਂਤਰੀ ਸਰਹੱਦ ਤੇ ਕਈ ਐਂਟਰੀ ਪੋਰਟ ਬਿਲਕੁਲ ਸੁਨਸਾਨ ਨਜ਼ਰ ਆ ਰਹੇ ਹਨ। ਹਵਾਈ ਸਫ਼ਰ ਦੇ ਆંકੜੇ ਵੀ ਹਾਲਾਤ ਬਿਆਨ ਕਰ ਰਹੇ ਹਨ, ਜਿਨ੍ਹਾਂ ਮੁਤਾਬਕ ਮਾਰਚ 2024 ਵਿੱਚ ਅਮਰੀਕਾ ਦੇ ਲੋਕਾਂ ਨੇ ਗਰਮੀਆਂ ਵਿੱਚ ਸੈਰ ਸਪਾਟੇ ਵਾਸਤੇ 15 ਲੱਖ ਫਲਾਈਟਸ ਬੁੱਕ ਕੀਤੀਆਂ, ਜਦਕਿ ਮੌਜੂਦਾ ਵਰ੍ਹੇ ਦੌਰਾਨ ਇਹ ਆંકੜਾ ਸਿਰਫ 4 ਲੱਖ ਰਹਿ ਗਿਆ। ਅਮਰੀਕਾ ਤੇ ਕੈਨੇਡਾ ਦੀਆਂ 에ਅਰਲਾਈਨਸ ਵੱਲੋਂ ਗੇੜੇ ਕਟਾਏ ਜਾ ਚੁੱਕੇ ਹਨ ਅਤੇ 3.5 ਲੱਖ ਸੀਟਾਂ ਦੀ ਕਟੌਤੀ ਦੱਸੀ ਜਾ ਰਹੀ ਹੈ। ਅਮਰੀਕਾ ਦੀਆਂ 에ਅਰਲਾਈਨਸ ਵੱਲੋਂ ਕੈਨੇਡਾ ਪਾਸਾ ਵਟਦਿਆਂ ਯੂਰਪ ਜਾਣ ਵਾਲੀਆਂ ਫਲਾਈਟਸ ਦੀ ਗਿਣਤੀ ਵਧਾ ਦਿੱਤੀਆਂ ਗਈਆਂ ਹਨ। 18 ਮਾਰਚ ਤੱਕ ਦੇ ਆંકੜਿਆਂ ਮੁਤਾਬਕ ਅਮਰੀਕਾ ਤੋਂ ਇਟਲੀ ਜਾਣ ਵਾਸਤੇ ਸੀਟ ਬੁੱਕ ਕਰਵਾਉਣ ਵਾਲਿਆਂ ਦੀ ਗਿਣਤੀ ਵਿੱਚ ਦੁੱਗਣੀ ਹੋ ਚੁੱਕੀ ਹੈ ਅਤੇ ਅਮਰੀਕਾ ਦੀਆਂ 3 ਪ੍ਰਮੁੱਖ 에ਅਰਲਾਈਨਸ ਵੱਲੋਂ ਐਟਲਾਂਟਿਕ ਪਾਰ ਦੇ ਸਫ਼ਰ ਵਾਸਤੇ 2,60,000 ਸੀਟਾਂ ਦਾ ਵਾਅਦਾ ਕੀਤਾ ਗਿਆ। ਯੂਕੇ ਜਾਣ ਦੇ ਲਈ ਅਮਰੀਕਾ ਵਾਸੀਆਂ ਵੱਲੋਂ 96 ਲੱਖ ਸੀਟਾਂ ਦੀ ਬੁਕਿੰਗ ਕੀਤੀ ਗਈ ਹੈ, ਜਦਕਿ ਸਲੋਵੇਨੀਆ ਜਾਣ ਦੇ ਇੱਛੁਕ ਅਮਰੀਕਾ ਵਾਲਿਆਂ ਦੀ ਗਿਣਤੀ ਵਿੱਚ 5 ਗੁਣਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਕ੍ਰੋਏਸ਼ੀਆ ਜਾ ਰਹੇ ਲੋਕਾਂ ਦੀ ਗਿਣਤੀ ਵਿੱਚ 3 ਗੁਣਾ ਅਤੇ ਚੈਕ ਰਿਪਬਲਿਕ ਜਾ ਰਹੇ ਲੋਕਾਂ ਦੀ ਗਿਣਤੀ ਵਿੱਚ 2.5 ਗੁਣਾ ਵਾਧਾ ਦਰਜ ਕੀਤਾ ਗਿਆ। ਨਿਊਯਾਰਕ ਵਿੱਚ 2 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਇੱਕ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ। ਕੋਲੰਬੀਆ ਕਾਉਂਟੀ ਸ਼ੈਰਿਫ ਦੇ ਦਫ਼ਤਰ ਜੈਕਲਿਨ ਸਲਵਾਟੋਰ ਨੇ ਇਸ ਨੂੰ ਇੱਕ ਘਾਤਕ ਹਾਦਸਾ ਦੱਸਿਆ। ਹਾਲਾਂਕਿ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਸ ਹਾਦਸੇ ਵਿੱਚ ਕਿਸੇ ਦੀ ਮੌਤ ਹੋਈ ਹੈ ਜਾਂ ਨਹੀਂ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਨੁਸਾਰ ਮਿਤਸੂਬਿਸ਼ੀ MU-2B ਜਹਾਜ਼ ਹਡਸਨ ਨੇੜੇ ਕੋਲੰਬੀਆ ਕਾਉਂਟੀ ਹਵਾਈ ਅੱਡੇ ਵੱਲ ਜਾ ਰਿਹਾ ਸੀ, ਪਰ ਹਵਾਈ ਅੱਡੇ ਤੋਂ ਲਗਭਗ 30 ਮੀਲ ਦੂਰ ਕੋਪੇਕ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਸਲਵਾਟੋਰ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਚਿੱਕੜ ਅਤੇ ਬਰਫ਼ ਕਾਰਨ ਹਾਦਸੇ ਵਾਲੀ ਥਾਂ ਤੇ ਪਹੁੰਚਣਾ ਬਹੁਤ ਮੁਸ਼ਕਿਲ ਸੀ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਉਸਨੇ ਇੱਕ ਜਾਂਚ ਟੀਮ ਭੇਜੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੀ ਟੈਰਿਫ ਨੀਤੀ ਵਿੱਚ ਵੱਡਾ ਯੂ-ਟਰਨ ਲਿਆ ਹੈ। ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਤੇ ਭਾਰੀ ਡਿਊਟੀ ਲਗਾਉਣ ਦੀਆਂ ਤਿਆਰੀਆਂ ਦੇ ਵਿਚਕਾਰ ਟਰੰਪ ਪ੍ਰਸ਼ਾਸਨ ਨੇ ਸਮਾਰਟਫੋਨ ਤੇ ਲੈਪਟਾਪ ਵਰਗੇ ਪ੍ਰਸਿੱਧ ਗੈਜਟਸ ਨੂੰ ਟੈਰਿਫ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦੇ ਨਾਲ ਆਮ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਹੁਣ ਇਹਨਾਂ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਨਹੀਂ ਵਧਣਗੀਆਂ। ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਤੇ 125% ਤੱਕ ਦੀ ਭਾਰੀ ਡਿਊਟੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਇਹ ਚਾਰਜ ਲਾਗੂ ਹੋ ਜਾਂਦੇ ਤਾਂ ਸਮਾਰਟਫੋਨ ਤੇ ਲੈਪਟਾਪ ਦੀਆਂ ਕੀਮਤਾਂ ਆਸਮਾਨ ਨੂੰ ਛੂ ਸਕਦੀਆਂ ਹਨ। ਇੱਕ ਰਿਪੋਰਟ ਦੇ ਅਨੁਸਾਰ ਅਮਰੀਕੀ ਕਸਟਮ ਵਿਭਾਗ ਨੇ ਦੇਰ ਰਾਤ ਐਲਾਨ ਕੀਤਾ ਕਿ ਸਮਾਰਟਫੋਨ ਤੇ ਕੰਪਿਊਟਰ ਵਰਗੇ ਉਤਪਾਦਾਂ ਤੇ ਕੋਈ ਡਿਊਟੀ ਨਹੀਂ ਲੱਗੇਗੀ। ਇਸ ਫੈਸਲੇ ਦਾ ਉਦੇਸ਼ ਆਮ ਖਪਤਕਾਰਾਂ ਨੂੰ ਮਹਿੰਗਾਈ ਤੋਂ ਬਚਾਉਣਾ ਅਤੇ ਤਕਨੀਕੀ ਉਪਕਰਨਾਂ ਦੀਆਂ ਕੀਮਤਾਂ ਨੂੰ ਸਥਿਰ ਰੱਖਣਾ ਹੈ। ਟੈਰਿਫ ਦੇ ਸਬੰਧ ਵਿੱਚ ਐਪਲ ਅਤੇ ਸੈਮਸੰਗ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਪਹਿਲਾਂ ਹੀ ਚਿੰਤਾਵਾਂ ਜ਼ਾਹਰ ਕਰ ਚੁੱਕੀਆਂ ਹਨ ਕਿ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਇਲੈਕਟ੍ਰੋਨਿਕਸ ਤੇ ਭਾਰੀ ਡਿਊਟੀਆਂ ਲਗਾਉਣ ਨਾਲ ਅਮਰੀਕਾ ਵਿੱਚ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਵੇਗਾ। ਇਹਨਾਂ ਕੰਪਨੀਆਂ ਤੇ ਜ਼ਿਆਦਾਤਰ ਉਤਪਾਦ ਚੀਨ ਵਿੱਚ ਬਣਦੇ ਹਨ ਅਤੇ ਉੱਥੋਂ ਅਮਰੀਕਾ ਭੇਜੇ ਜਾਂਦੇ ਹਨ। ਕੰਪਨੀਆਂ ਨੇ ਕਿਹਾ ਕਿ ਇਸ ਟੈਰਿਫ ਦਾ ਸਿੱਧਾ ਅਸਰ ਖਪਤਕਾਰਾਂ ਤੇ ਪਵੇਗਾ ਅਤੇ ਟੈਕਨੋਲੋਜੀ ਖਰੀਦਣਾ ਆਮ ਲੋਕਾਂ ਲਈ ਮਹਿੰਗਾ ਸੌਦਾ ਬਣ ਜਾਵੇਗਾ। ਅੱਜ ਦੇ ਦੌਰ ਵਿੱਚ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ। ਮੁੰਡਾ ਹੋਵੇ ਜਾਂ ਕੁੜੀ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵਿੱਚ ਹੀ ਪੱਕੇ ਹੋਣਾ ਚਾਹੁੰਦੇ ਹਨ, ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਬਾਹਰ ਉਹਨਾਂ ਦੇ ਨਾਲ ਕੀ ਅਨਹੋਣੀ ਵਾਪਰ ਜਾਵੇ। ਅਜਿਹਾ ਹੀ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਮੈਲਬੌਰਨ ਗਏ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹਰਨੂਰ ਸਿੰਘ ਪੁੱਤਰ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਰਾੜ ਦਾ ਰਹਿਣ ਵਾਲਾ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਹਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਪੁੱਤਰ 2018 ਦੇ ਵਿੱਚ ਮੈਲਬੌਰਨ ਗਿਆ ਸੀ। ਉਹ PR ਸੀ। ਬੀਤੇ ਦਿਨੀ ਉਹ ਟਰੱਕ ਲੈ ਕੇ ਸਿਡਨੀ ਤੋਂ ਐਡੀਲੇਡ ਜਾ ਰਿਹਾ ਸੀ। ਰਸਤੇ ਵਿੱਚ ਹੀ ਵਾਪਰੇ ਟਰੱਕ ਹਾਦਸੇ 'ਚ ਹਰਨੂਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਹਰਨੂਰ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਨੇ ਉਸ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਦੇ ਲਈ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਹੈ। ਜੀ ਹਾਂ, ਐਤਵਾਰ ਦੀ ਸਵੇਰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ਉੱਤੇ ਇਸ ਭੂਚਾਲ ਦੀ ਤੀਬਰਤਾ 5.1 ਮੈਗਨੀਟਿਊਡ ਦਰਜ ਕੀਤੀ ਗਈ ਹੈ। ਹਾਲ ਹੀ ਦੇ ਵਿੱਚ ਇੱਥੇ ਆਏ ਇੱਕ ਹੋਰ ਭਿਆਨਕ ਭੂਚਾਲ ਨੇ ਪੂਰੇ ਦੇਸ਼ ਵਿੱਚ ਤਬਾਹੀ ਮਚਾ ਦਿੱਤੀ ਸੀ, ਜਿਸ ਵਿੱਚ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਝਟਕਿਆਂ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ।
ਸਵੇਰੇ ਆਏ ਭੂਚਾਲ ਦੇ ਝਟਕਿਆਂ ਨੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਡਰਾ ਦਿੱਤਾ ਹੈ। ਨੈਸ਼ਨਲ ਸੈਂਟਰ ਫॉर ਸਿਮੋਲੋਜੀ ਦੇ ਅਨੁਸਾਰ ਮਿਆਂਮਾਰ ਵਿੱਚ 13 ਅਪ੍ਰੈਲ 2025 ਦੀ ਸਵੇਰ 7 ਵਜੇ ਦੇ ਯਾਨੀ ਕਿ 8 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਉੱਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। इस भूचाल का केंद्र धरती के हेठा 10 किलोमीटर की गहराई विच से। फिलहाल किसी भी जान या माल के नुकसान की कोई खबर सामने नहीं आई है। म्यांमार विच 28 मार्च 2025 ਨੂੰ ਇੱਕ ਭਿਆਨਕ ਭੂਚਾਲ ਆਇਆ ਸੀ। ਮਾਂਡਲੇ ਖੇਤਰ ਵਿੱਚ ਆਏ ਇਸ ਭੂਚਾਲ ਦੀ ਤੀਬਰਤਾ 7.7 ਰਿਕਟਰ ਸਕੇਲ ਤੇ ਦਰਜ ਕੀਤੀ ਗਈ ਸੀ। ਇਸ ਭੂਚਾਲ ਨੇ ਦੇਸ਼ ਵਿੱਚ ਭਾਰੀ ਤਬਾਹੀ ਮਚਾ ਦਿੱਤੀ ਸੀ। ਇਹ ਮਿਆਂਮਾਰ ਦੇ ਇਤਿਹਾਸ ਦੀ ਸਭ ਤੋਂ ਵਿਨਾਸ਼ਕਾਰੀ ਭੂਚਾਲਾਂ ਵਿੱਚੋਂ ਇੱਕ ਸੀ। म्यांमार ਦੀ ਫੌਜ ਦੇ ਅਨੁਸਾਰ ਇਸ ਭੂਚਾਲ ਕਾਰਨ ਲਗਭਗ 3600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 5000 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਇਸ ਤੋਂ ਇਲਾਵਾ ਸੈਂਕੜੇ ਲੋਕ ਆਪਣੇ ਪਰਿਵਾਰਾਂ ਤੋਂ ਵਿਛੜ ਗਏ। ਇਸ ਭੂਚਾਲ ਨੇ ਮੋਬਾਈਲ ਕਮਿਊਨੀਕੇਸ਼ਨ ਸਿਸਟਮ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ ਇੱਕ ਖਬਰ ਦੇ ਅਨੁਸਾਰ ਭੂਚਾਲ ਕਾਰਨ ਕੁੱਲ 6730 ਕਮਿਊਨੀਕੇਸ਼ਨ ਸੈਂਟਰਾਂ ਦੇ ਨੁਕਸਾਨੇ ਗਏ ਹਨ, ਜਿਨ੍ਹਾਂ ਵਿੱਚੋਂ ਲਗਭਗ 6000 ਦੀ ਮੁਰੰਮਤ ਹੋ ਚੁੱਕੀ ਹੈ। ਭਾਰਤ, ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਨੇ ਆਪਣੀਆਂ ਰੈਸਕਿਊ ਟੀਮਾਂ ਮਿਆਂਮਾਰ ਭੇਜੀਆਂ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਵਰਗੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਵੀ ਮਿਆਂਮਾਰ ਦੀ ਮਦਦ ਲਈ ਰਾਹਤ ਤੇ ਬਚਾਅ ਟੀਮਾਂ, ਚਿਕਿਤਸਾ ਸਹਾਇਤਾ ਤੇ ਹੋਰ ਜ਼ਰੂਰੀ ਸਾਧਨ ਭੇਜੇ। ਅਮਰੀਕਾ ਵੱਲੋਂ ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਯੁੱਧ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਨਾਲ ਮੁਲਾਕਾਤ ਕਰਕੇ ਯੂਕਰੇਨ ਸੰਘਰਸ਼ ਤੇ ਚਰਚਾ ਕੀਤੀ। ਯੂਕਰੇਨ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਜਨਰਲ ਕੀਥ ਨੇ ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੇ ਟਕਰਾਅ ਦੇ ਸੰਭਾਵੀ ਹੱਲ ਦਾ ਪ੍ਰਸਤਾਵ ਰੱਖਿਆ। ਟਰੰਪ ਦੇ ਰਾਜਦੂਤ ਨੇ ਸੁਝਾਅ ਦਿੱਤਾ ਕਿ ਸ਼ਾਂਤੀ ਯੋਜਨਾ ਦੇ ਹਿੱਸੇ ਵਜੋਂ ਯੂਕਰੇਨ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਰਲਿਨ ਵਾਂਗ ਕੰਟਰੋਲ ਜ਼ੋਨਾਂ ਵਿੱਚ ਵੰਡਿਆ ਜਾ ਸਕਦਾ ਹੈ। ਦੂਤ ਨੇ ਯੂਕਰੇਨ ਦੇ ਕੁਝ ਅਹਿਮ ਇਲਾਕੇ ਰੂਸ ਨੂੰ ਦੇਣ ਦੀ ਵਕਾਲਤ ਕੀਤੀ। ਉਸਨੇ ਰੂਸ ਨੂੰ 4 ਯੂਕਰੇਨੀ ਇਲਾਕੇ ਦੇਣ ਦਾ ਪ੍ਰਸਤਾਵ ਦਿੱਤਾ। ਜਨਰਲ ਕੀਥ ਨੇ ਪ੍ਰਸਤਾਵ ਦਿੱਤਾ ਕਿ ਬ੍ਰਿਟੇਨ ਅਤੇ ਫਰਾਂਸ ਪੱਛਮੀ ਯੂਕਰੇਨ ਵਿੱਚ ਜ਼ੋਨਾਂ ਨੂੰ ਕੰਟਰੋਲ ਕਰਨ ਵਿੱਚ ਅਗਵਾਈ ਕਰ ਸਕਦੇ ਹਨ, ਜੋ ਰੂਸੀ ਹਮਲੇ ਨੂੰ ਰੋਕਣ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰ ਸਕਦੇ ਹਨ। ਇਸ ਦਾ ਮਤਲਬ ਇਹ ਹੋਵੇਗਾ ਕਿ ਯੂਕਰੇਨ ਦੀ ਪੂਰਬੀ ਜ਼ਮੀਨ ਦਾ 20% ਜਿਸ ਤੇ ਰੂਸ ਪਹਿਲਾਂ ਹੀ ਕਬਜ਼ਾ ਕਰ ਚੁੱਕਿਆ ਹੈ, ਪੁਤਿਨ ਦੇ ਨਿਯੰਤਰਣ ਵਿੱਚ ਰਹੇਗਾ। ਦੋਵਾਂ ਪਾਸਿਆਂ ਵਿਚਕਾਰ ਯੂਕਰੇਨੀ ਫੌਜਾਂ ਹੋਣਗੀਆਂ। 80 ਸਾਲਾਂ ਦੇ ਕੈਲੋਗ ਨੇ ਕਿਹਾ ਕਿ ਡਨੀਪਰ ਦੇ ਪੱਛਮ ਵਿੱਚ ਇੱਕ ਐਂਗਲੋ ਫ੍ਰਾਂਸੀਸੀ ਅਗਵਾਈ ਵਾਲੀ ਫੋਰਸ ਵਲਾਦੀਮੀਰ ਪੁਤਿਨ ਦੇ ਸ਼ਾਸਨ ਲਈ ਬਿਲਕੁਲ ਵੀ ਰੁਕਾਵਟ ਨਹੀਂ ਹੋਵੇਗੀ। ਉਹਨਾਂ ਨੇ ਕਿਹਾ ਯੂਕਰੇਨ ਇੰਨਾ ਵੱਡਾ ਹੋ ਕੇ ਵੀ ਜੰਗਬੰਦੀ ਲਾਗੂ ਕਰਨ ਲਈ ਲੋੜੀਂਦੀਆਂ ਬਹੁਤ ਸਾਰੀਆਂ ਫੌਜਾਂ ਨੂੰ ਸਮਾ ਸਕਦਾ ਹੈ। ਸੋ ਆਪਣੇ ਵਿਚਾਰ ਦੀ ਵਿਆਖਿਆ ਕੀਤੀ ਉਹਨਾਂ ਨੇ ਕਿ ਤੁਸੀਂ ਇਸ ਨੂੰ ਲਗਭਗ ਉਸੇ ਤਰ੍ਹਾਂ ਬਣਾ ਸਕਦੇ ਹੋ ਜਿਵੇਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਰਲਿਨ ਨਾਲ ਹੋਇਆ ਸੀ, ਜਦੋਂ ਤੁਹਾਡੇ ਕੋਲ ਇੱਕ ਰੂਸੀ ਸੈਕਟਰ, ਇੱਕ ਫ੍ਰਾਂਸੀਸੀ ਸੈਕਟਰ ਤੇ ਇੱਕ ਬ੍ਰਿਟਿਸ਼ ਸੈਕਟਰ, ਇੱਕ ਅਮਰੀਕੀ ਸੈਕਟਰ ਸੀ। ਕੈਨੇਡਾ ਦੇ ਅਮਲੀਆਂ ਵਾਸਤੇ ਭਾਰਤ ਤੋਂ ਆਈ 1 ਕਿਲੋ 664 ਗ੍ਰਾਮ ਅਫੀਮ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਫੜੀ ਗਈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਹੇਅਰ ਰਿਮੂਵਿੰਗ ਵੈਕਸ ਦੇ ਲੇਬਲ ਵਾਲੇ 2 ਡੱਬਿਆਂ ਵਿੱਚੋਂ ਅਫੀਮ ਬਰਾਮਦ ਕੀਤੀ ਗਈ, ਜੋ ਅੱਗੇ ਸਰੀ ਦੇ ਕਿਸੇ ਪਤੇ ਤੇ ਪੁੱਜਣੀ ਸੀ। ਡੱਬਿਆਂ ਵਿੱਚ ਬੰਦ ਪਲਾਸਟਿਕ ਬੈਗਸ ਵਿੱਚੋਂ ਕਾਲੇ ਰੰਗ ਦਾ ਗਾਰੇ ਵਰਗਾ ਪਦਾਰਥ ਨਿਕਲਿਆ ਅਤੇ ਇਸ ਨੂੰ ਲੈਬ ਵਿੱਚ ਟੈਸਟ ਕਰਨ ਤੇ ਅਫੀਮ ਹੋਣ ਦੀ ਤਸਦੀਕ ਹੋ ਗਈ। CBSE ਦੇ ਦੱਸਿਆ ਕਿ ਜ਼ਬਤ ਕੀਤੀ ਅਫੀਮ ਦੀ ਅੰਦਾਜ਼ਨ ਕੀਮਤ $99,840 ਬਣਦੀ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤ ਤੋਂ ਪੁੱਜੀ ਅਫੀਮ CBSE ਵੱਲੋਂ ਜ਼ਬਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਚਵਨਪ੍ਰਾਸ਼ ਅਤੇ ਅਚਾਰ ਦੇ ਡੱਬਿਆਂ ਵਿੱਚ ਭੇਜੀ ਅਫੀਮ ਜ਼ਬਤ ਕੀਤੀ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਬਾਰਡਰ ਏਜੰਟਾਂ ਵੱਲੋਂ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ 149 ਕਿਲੋ ਚਿੱਟਾ ਬਰਾਮਦ ਕੀਤਾ ਗਿਆ, ਜੋ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹਾਂਗਕਾਂਗ ਭੇਜਿਆ ਜਾ ਰਿਹਾ ਸੀ। CBSE ਮੁਤਾਬਕ 6 ਜਾਣਿਆਂ ਨੂੰ ਹਿਰਾਸਤ ਵਿੱਚ ਲੈਂਦਿਆਂ RCMP ਦੇ ਸਪੁਰਦ ਕਰ ਦਿੱਤਾ ਗਿਆ। ਇਸੇ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕਾਬੂ ਕੀਤੇ ਗੁਰਵਿੰਦਰ ਸਿੰਘ ਆਹਲੂਵਾਲੀਆ ਨੂੰ 20 ਮਹੀਨੇ ਘਰ ਵਿੱਚ ਨਜ਼ਰਬੰਦ ਰੱਖਣ ਦੀ ਸਜ਼ਾ ਸੁਣਾਈ ਗਈ, ਜਦਕਿ $50,000 ਜੁਰਮਾਨਾ ਵੀ ਲਾਇਆ ਗਿਆ। ਵਿਨੀਪੈਗ ਦੇ ਗੁਰਵਿੰਦਰ ਸਿੰਘ ਆਹਲੂਵਾਲੀਆ ਨੇ ਵਿਦੇਸ਼ੀ ਨਾਗਰਿਕਾਂ ਨੂੰ ਅਨਅਧਿਕਾਰਤ ਤਰੀਕੇ ਨਾਲ ਕੰਮ ਤੇ ਰੱਖਣ ਦਾ ਗੁਨਾਹ 2 ਅਪ੍ਰੈਲ ਨੂੰ ਕਬੂਲ ਕਰ ਲਿਆ ਸੀ। ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 124 ਤਹਿਤ ਕੀਤੀ ਗਈ ਕਾਰਵਾਈ ਦੌਰਾਨ ਮਈ 2024 ਵਿੱਚ CBSE ਦੇ ਅਫਸਰਾਂ ਨੇ ਤਲਾਸ਼ੀ ਵਾਰੰਟਾਂ ਦੇ ਆਧਾਰ ਤੇ ਛਾਪਾ ਮਾਰਦਿਆਂ ਕਈ ਇਲੈਕਟ੍ਰੋਨਿਕ ਯੰਤਰ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਵਿੰਦਰ ਸਿੰਘ ਆਹਲੂਵਾਲੀਆ ਵਿਦੇਸ਼ੀ ਨਾਗਰਿਕਾਂ ਨੂੰ ਕੰਮ ਤੇ ਰੱਖਣ ਦਾ ਲਾਲਚ ਦਿੰਦਾ ਹੈ ਅਤੇ ਵੈਲਿਡ ਵਰਕ ਪਰਮਿਟ ਵਾਲੇ ਪ੍ਰਵਾਸੀਆਂ ਤੋਂ ਘੱਟ ਤਨਖਾਹ ਤੇ ਕੰਮ ਕਰਵਾਇਆ ਜਾਂਦਾ ਹੈ।
ਦੱਸਦੇ ਕਿ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਸਿਰਫ ਇਮੀਗ੍ਰੇਸ਼ਨ ਮਾਮਲਿਆਂ ਨਾਲ ਨਜਿੱਠਣ ਦਾ ਕੰਮ ਨਹੀਂ ਕਰਦੀ, ਸਗੋਂ ਮਨੁੱਖੀ ਤਸਕਰੀ ਅਤੇ ਕਸਟਮਸ ਐਕਟ ਦੀ ਉਲੰਘਣਾ ਵਰਗੇ ਮਾਮਲਿਆਂ ਵਿੱਚ ਵੀ ਕਾਰਵਾਈ ਕੀਤੀ ਜਾਂਦੀ ਹੈ। ਵੱਖ-ਵੱਖ ਸੂਤਰਾਂ ਰਾਹੀਂ ਇਮੀਗ੍ਰੇਸ਼ਨ ਅਪਰਾਧਾਂ ਬਾਰੇ ਜਾਣਕਾਰੀ ਮਿਲਣ ਤੇ ਸੰਬੰਧਿਤ ਪੁਲਿਸ ਮਹਿਕਮਿਆਂ ਦੀ ਮਦਦ ਨਾਲ ਕਾਰਵਾਈ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸ਼ੱਕੀ ਇਮੀਗ੍ਰੇਸ਼ਨ ਸਰਗਰਮੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਸ ਨਾਲ ਸੰਪਰਕ ਕੀਤਾ ਜਾਵੇ। ਹਥੌੜਿਆਂ ਦੇ ਨਾਲ ਲੈਸ ਕਈ ਸ਼ੱਕੀ ਵੱਡੇ ਤੜਕੇ ਸਕਾਰਬਰੋ ਦੇ ਇੱਕ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਦੇ 2 ਮੈਂਬਰਾਂ ਨੂੰ ਜ਼ਖਮੀ ਕਰਦਿਆਂ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਫਿੰਚ ਐਵੇਨਿਊ ਈਸਟ ਅਤੇ ਮਕੋਵਨ ਰੋਡ ਇਲਾਕੇ ਵਿੱਚ ਪਏ ਡਾਕੇ ਮਗਰੋਂ ਤਕਰੀਬਨ 2:15 ਵਜੇ ਐਮਰਜੈਂਸੀ ਕਾਮਿਆਂ ਨੂੰ ਸੱਦਿਆ ਗਿਆ। ਡਕੈਤਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਜੋ ਘਰ ਦਾ ਪਿਛਲਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਸ਼ੱਕੀਆਂ ਦੀ ਉਮਰ 20 ਸਾਲ ਤੋਂ 30 ਸਾਲ ਦਰਮਿਆਨ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚ ਇੱਕ ਭਾਰਤੀ ਬੋਲੀ ਵਿੱਚ ਗੱਲ ਕਰ ਰਿਹਾ ਸੀ। ਉਧਰ ਪੀੜਿਤ ਪਰਿਵਾਰ ਦੇ ਇੱਕ ਗੁਆਂਢੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਸ ਨੂੰ ਕੋਈ ਆਵਾਜ਼ ਨਹੀਂ ਸੁਣੀ, ਪਰ ਸਵੇਰੇ ਵਾਰਦਾਤ ਬਾਰੇ ਪਤਾ ਲੱਗਾ ਤੇ ਕੰਪਨੀ ਛਿੜ ਗਈ। ਦੂਜੇ ਪਾਸੇ ਸਕਾਰਬਰੋ ਵਿਖੇ 3 ਗੱਡੀਆਂ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ 25 ਸਾਲ ਦੇ ਰਾਜੇਸ਼ ਚੌਧਰੀ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਸਵੇਰੇ ਬੈਲਮੀ ਰੋਡ ਅਤੇ ਨੈਲਸਨ ਸਟਰੀਟ ਇਲਾਕੇ ਵਿੱਚ ਸ਼ੱਕੀ ਨੂੰ ਇੱਕ ਮਰਸਡੀਜ਼ ਬੈਜ਼ ਐਸਯੂਵੀ ਵੱਲ ਜਾਂਦਿਆਂ ਦੇਖਿਆ ਗਿਆ। ਇਸ ਮਗਰੋਂ ਸ਼ੱਕੀ ਨੇ ਗੱਡੀ ਦੇ ਪਿੱਛੇ ਕੋਈ ਚੀਜ਼ ਰੱਖੀ ਅਤੇ ਅੱਗ ਲਾ ਦਿੱਤੀ। ਸ਼ੱਕੀ ਨੇ 2 ਹੋਰ ਗੱਡੀਆਂ ਨੂੰ ਅੱਗ ਦੇ ਹਵਾਲੇ ਕੀਤਾ ਅਤੇ ਫਰਾਰ ਹੋ ਗਿਆ। ਮਾਮਲੇ ਦੀ ਡੂੰਘਾਈ ਦੇ ਨਾਲ ਪੜਤਾਲ ਕਰਦਿਆਂ ਪੁਲਿਸ ਵੱਲੋਂ ਟੋਰਾਂਟੋ ਵਿਖੇ ਛਾਪਾ ਮਾਰ ਕੇ ਰਾਜੇਸ਼ ਚੌਧਰੀ ਨੂੰ ਹਿਰਾਸਤ ਵਿੱਚ ਲਿਆ ਗਿਆ। ਰਾਜੇਸ਼ ਚੌਧਰੀ ਵਿਰੁੱਧ ਅਗਜ਼ਨੀ ਦੇ 10 ਦੋਸ਼ ਆਇਦ ਕੀਤੇ ਗਏ ਹਨ ਅਤੇ ਫਿਲਹਾਲ ਅਦਾਲਤ ਵਿੱਚ ਸਾਬਤ ਨਹੀਂ ਕੀਤੇ ਗਏ। ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਅਗਜ਼ਨੀ ਦੀਆਂ ਵਾਰਦਾਤਾਂ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕਰੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਸਾਲਾਨਾ ਮੈਡੀਕਲ ਜਾਂਚ ਕਰਵਾਈ ਅਤੇ ਕਿਹਾ ਕਿ ਉਹਨਾਂ ਦੀ ਸਿਹਤ ਚੰਗੀ ਹੈ। ਉਹਨਾਂ ਨੇ ਆਪਣੇ ਦਿਲ, ਰੂਹ ਤੇ ਸਮਰੱਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਈਟ ਹਾਊਸ ਦੇ ਡਾਕਟਰਾਂ ਦੀ ਮੈਡੀਕਲ ਰਿਪੋਰਟ ਇਸ ਹਫ਼ਤੇ ਦੇ ਅੰਤ ਤੱਕ ਤਿਆਰ ਨਹੀਂ ਹੋ ਸਕਦੀ। ਜਨਵਰੀ 'ਚ 78 ਸਾਲਾਂ ਦੀ ਉਮਰ 'ਚ ਅਮਰੀਕਾ ਦੇ ਇਤਿਹਾਸ 'ਚ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਬਣਨ ਵਾਲੇ ਟਰੰਪ ਜਾਂਚ ਲਈ ਤਕਰੀਬਨ 5 ਘੰਟੇ ਤੱਕ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ 'ਚ ਰਹੇ। ਉਹਨਾਂ ਨੇ ਕਿਹਾ ਜਿਸ ਦੀ ਵੀ ਤੁਸੀਂ ਕਲਪਨਾ ਕਰ ਸਕਦੇ ਹੋ ਉਹ ਹਰ ਟੈਸਟ ਕੀਤਾ ਗਿਆ। ਟਰੰਪ ਜਾਂਚ ਮਗਰੋਂ ਸਿੱਧਾ 에ਅਰਫੋਰਸ 1 ਤੇ ਸਵਾਰ ਹੋ ਕੇ ਫਲੋਰੀਡਾ ਰਵਾਨਾ ਹੋ ਗਏ। ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਮੈਂ ਕਾਫੀ ਸਮਾਂ ਉੱਥੇ ਸੀ, ਮੈਨੂੰ ਲੱਗਦਾ ਹੈ ਕਿ ਮੇਰੀ ਸਿਹਤ ਕਾਫੀ ਚੰਗੀ ਹੈ। ਟਰੰਪ ਨੇ ਕਿਹਾ ਕਿ ਡਾਕਟਰਾਂ ਨੇ ਉਹਨਾਂ ਨੂੰ ਜੀਵਨ ਸ਼ੈਲੀ 'ਚ ਤਬਦੀਲੀ ਬਾਰੇ ਕੁਝ ਸਲਾਹ ਦਿੱਤੀ ਹੈ ਜਿਸ ਨਾਲ ਉਹਨਾਂ ਦੀ ਸਿਹਤ ਬਿਹਤਰ ਹੋ ਸਕਦੀ ਹੈ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੀ ਸਰੀਰਕ ਤੇ ਮਾਨਸਿਕ ਸਮਰੱਥਾ ਤੇ ਲੰਮੇ ਸਮੇਂ ਤੱਕ ਸਵਾਲ ਉਠਾਉਣ ਦੇ ਬਾਵਜੂਦ ਟਰੰਪ ਆਪਣੀ ਸਿਹਤ ਬਾਰੇ ਬੁਨਿਆਦੀ ਤੱਥ ਲੰਮੇ ਸਮੇਂ ਤੋਂ ਗੁਪਤ ਰੱਖਦੇ ਆਏ ਹਨ। ਟਰੰਪ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਮੈਡੀਕਲ ਰਿਪੋਰਟ ਐਤਵਾਰ ਤੱਕ ਤਿਆਰ ਹੋ ਜਾਵੇਗੀ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਨੇ ਕਿਹਾ ਕਿ ਟਰੰਪ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੀ ਸਿਹਤ ਬਾਰੇ ਵਾਈਟ ਹਾਊਸ ਦੇ ਡਾਕਟਰ ਵੱਲੋਂ ਵੇਰਵੇ ਜਿੰਨੀ ਜਲਦੀ ਸੰਭਵ ਹੋ ਸਕੇ ਜਾਰੀ ਕੀਤੇ ਜਾਣਗੇ। ਅਮਰੀਕਾ ਦੇ ਨਿਊ ਜਰਸੀ ਵਿੱਚ ਇੱਕ ਭਾਰਤੀ ਮੂਲ ਦੇ ਨੇਤਾ ਨੂੰ ਗ੍ਰਿਫਤਾਰ ਕੀਤਾ ਗਿਆ। ਨਗਰ ਪਾਲਿਕਾ ਵਿੱਚ ਕੌਂਸਲਰ ਦਾ ਅਹੁਦਾ ਸੰਭਾਲ ਰਹੇ ਆਨੰਦ ਸ਼ਾਹ ਤੇ ਜੂਆ ਖੇਡਣ ਦਾ ਦੋਸ਼ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਨੰਦ ਵੱਡੇ ਮਾਫੀਆ ਸਮੂਹ ਲੁਚੇਸ ਅਪਰਾਧ ਪਰਿਵਾਰ ਦਾ ਹਿੱਸਾ ਹੈ। ਨਿਊ ਜਰਸੀ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਦੌਰਾਨ 39 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਆਨੰਦ ਸ਼ਾਹ ਤੇ ਜੂਆ ਖੇਡਣ ਦਾ ਦੋਸ਼ ਹੈ। ਅਮਰੀਕੀ ਪੁਲਿਸ ਨੇ 39 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਸਾਰਿਆਂ ਤੇ ਜੂਆ ਖੇਡਣ, ਮਨੀ ਲਾਂਡਰਿੰਗ ਅਤੇ ਰੈਕੇਟ ਚਲਾਉਣ ਵਰਗੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਸੂਚੀ ਵਿੱਚ ਭਾਰਤੀ ਮੂਲ ਦੇ ਆਨੰਦ ਸ਼ਾਹ ਦਾ ਨਾਮ ਵੀ ਸ਼ਾਮਲ ਹੈ। 42 ਸਾਲਾਂ ਦੇ ਆਨੰਦ ਸ਼ਾਹ ਨੂੰ ਜੂਆ ਖੇਡਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਨਿਊ ਜਰਸੀ ਦੇ ਅਟਾਰਨੀ ਜਨਰਲ ਮੈਥਿਊ ਨੇ ਇਹ ਖੁਲਾਸਾ ਕੀਤਾ। ਮੈਥਿਊ ਦੇ ਅਨੁਸਾਰ ਅਮਰੀਕੀ ਪੁਲਿਸ ਨੇ 4 ਪੋਕਰ ਕਲੱਬਾਂ ਸਮੇਤ 12 ਥਾਵਾਂ ਤੇ ਛਾਪੇਮਾਰੀ ਕੀਤੀ। ਇਸ ਸਮੇਂ ਦੌਰਾਨ ਵੱਖ-ਵੱਖ ਅਪਰਾਧਾਂ ਦੇ ਸਬੰਧ ਵਿੱਚ 39 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਸਬੰਧ ਵਿੱਚ ਆਨੰਦ ਸ਼ਾਹ ਤੇ ਜੂਆ ਖੇਡਣ ਦਾ ਵੀ ਦੋਸ਼ ਲਗਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਆਨੰਦ ਸ਼ਾਹ ਨੂੰ ਨਿਊ ਜਰਸੀ ਦੇ ਉੱਭਰ ਰਹੇ ਸਿਆਸਤਦਾਨਾਂ ਵਿੱਚ ਗਿਣਿਆ ਜਾਂਦਾ ਹੈ। ਇਸ ਵੇਲੇ ਉਹ ਨਗਰ ਕੌਂਸਲਰ ਹੈ। ਆਨੰਦ ਸ਼ਾਹ ਨਿਊ ਜਰਸੀ ਦੇ ਪ੍ਰਾਸਪੈਕਟ ਪਾਰਕ ਇਲਾਕੇ ਤੇ ਦੂਜੀ ਵਾਰ ਨਗਰ ਕੌਂਸਲਰ ਚੁਣੇ ਗਏ। ਇਸ ਕੌਂਸਲਰ ਦੇ ਹੋਣ ਦੇ ਨਾਤੇ ਆਨੰਦ ਸ਼ਾਹ ਨਗਰਪਾਲਿਕਾ ਦੇ ਵਿੱਤ, ਆਰਥਿਕ ਵਿਕਾਸ ਅਤੇ ਬੀਮਾ ਲਈ ਜ਼ਿੰਮੇਵਾਰ ਹਨ। ਮੈਥਿਊ ਦੇ ਅਨੁਸਾਰ ਆਨੰਦ ਸ਼ਾਹ ਦੀ ਗ੍ਰਿਫਤਾਰੀ ਨੇ ਭ੍ਰਿਸ਼ਟ ਸਿਆਸਤਦਾਨਾਂ ਤੇ ਬਹਿਸ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਸ਼ੁਰੂਆਤੀ ਜਾਂਚ ਪਤਾ ਲੱਗਾ ਕਿ ਆਨੰਦ ਸ਼ਾਹ ਲੁਚੇਸ ਅਪਰਾਧ ਪਰਿਵਾਰ ਦੇ ਸਹਿਯੋਗ ਨਾਲ ਪੋਕਰ ਅਤੇ ਆਨਲਾਈਨ ਸਪੋਰਟਸ ਬੁੱਕ ਵਰਗੇ ਗੈਰ ਕਾਨੂੰਨੀ ਜੂਏ ਦੀ ਕੰਮਕਾਜ ਵਿੱਚ ਸ਼ਾਮਲ ਸੀ।
ਤੁਹਾਨੂੰ ਦੱਸ ਦਈਏ ਕਿ ਲੁਚੇਸੀ ਕ੍ਰਾਈਮ ਫੈਮਿਲੀ ਨੂੰ ਅਮਰੀਕਾ ਦੇ ਵੱਡੇ ਮਾਫੀਆ ਸਮੂਹਾਂ ਵਿੱਚ ਗਿਣਿਆ ਜਾਂਦਾ ਹੈ। ਇਹ ਸਮੂਹ ਖੇਡ ਟੂਰਨਾਮੈਂਟ ਦੇ ਸੱਟੇਬਾਜ਼ੀ ਦਾ ਕਾਰੋਬਾਰ ਕਰਦਾ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਯੂਨੀਵਰਸਿਟੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।